ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਕਸੈਸ ਪਲੱਸ ਇੰਸਟੀਚਿਊਟ ਦੇ YouTube ਚੈਨਲ 'ਤੇ। ਆਈ ਹੋਪ ਤੁਸੀਂ ਪ੍ਰੀਵੀਅਸ ਈਅਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਐਗਜ਼ਾਮ ਜ਼ਰੂਰ ਅਟੈਂਡ ਕੀਤਾ ਹੋਵੇਗਾ ਜਾਂ ਫਿਰ ਅਪਕਮਿੰਗ ਐਗਜ਼ਾਮ ਲਈ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਤਾਂ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਇਹਨਾਂ ਐਗਜ਼ਾਮ ਦੇ ਵਿੱਚ ਜੋ ਵੀ ਕੁਐਸਚਨ ਬਣਦੇ ਹਨ ਉਹ ਮੈਕਸਿਮਮ ਟਾਈਮਸ ਰਿਪੀਟ ਹੁੰਦੇ ਰਹਿੰਦੇ ਆ। ਔਰ ਅਗਰ ਤੁਸੀਂ ਪੰਜਾਬ ਗੌਰਮੈਂਟ ਦੇ ਐਗਜ਼ਾਮ ਲਈ ਜੀਕੇ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਇਹ ਇੱਕ ਬਹੁਤ ਹੀ ਲੈਂਥੀ ਪ੍ਰੋਸੈਸ ਹੈ, ਕਿਉਂਕਿ ਇਸ ਦੇ ਅੰਡਰ ਤੁਹਾਨੂੰ ਕਵਰ ਕਰਨਾ ਹੋਵੇਗਾ ਹਿਸਟਰੀ, ਉਸ ਦੇ ਪਾਰਟਸ ਜਿਸ ਤਰ੍ਹਾਂ ਏਂਸ਼ੀਅੰਟ ਹਿਸਟਰੀ, ਮਿਡਾਈਵਲ ਐਂਡ ਮਾਡਰਨ ਹਿਸਟਰੀ, ਇਸ ਤੋਂ ਇਲਾਵਾ ਪੋਲਿਟੀ, ਜੋਗਰਾਫੀ, ਇਕਨੋਮਿਕਸ ਐਂਡ ਜਨਰਲ ਸਾਇੰਸ। ਐਂਡ ਫਰੈਂਡਸ, ਇਹਨਾਂ ਟੌਪਿਕਸ ਤੋਂ ਇਲਾਵਾ ਤੁਹਾਨੂੰ ਸਟੇਟ ਬਾਰੇ ਨੌਲੇਜ ਹੋਣੀ ਵੀ ਬਹੁਤ ਜ਼ਰੂਰੀ ਹੈ, ਤਾਂ ਉਸ ਦੇ ਲਈ ਕਵਰ ਕਰਨੀ ਹੋਵੇਗੀ ਕੰਪਲੀਟ ਪੰਜਾਬ ਜੀਕੇ। ਇਸ ਤੋਂ ਇਲਾਵਾ ਜਨਰਲ ਅਵੇਅਰਨੈਸ, ਜਿਸ ਦੇ ਅੰਡਰ ਉਹ ਸਾਰੇ ਟੌਪਿਕ ਆ ਜਾਂਦੇ ਆ ਜੋ ਇਹ ਸਬਜੈਕਟ ਕਵਰ ਨਹੀਂ ਕਰਦੇ, ਜਿਸ ਤਰ੍ਹਾਂ ਫਸਟ ਇਨ ਇੰਡੀਆ ਮੇਲ ਐਂਡ ਫਸਟ ਇਨ ਇੰਡੀਆ ਫੀਮੇਲ। ਕੁਛ ਕੁ ਸਪੋਰਟਸ ਕੈਟਾਗਰੀ ਦੇ ਵਿੱਚੋਂ ਵੀ ਕੁਐਸਚਨ ਬਣ ਜਾਂਦੇ ਆ, ਐਂਡ ਅਵਾਰਡਸ ਐਂਡ ਓਨਰਸ। ਤਾਂ ਇਸ ਤਰ੍ਹਾਂ ਦੇ ਆਲਮੋਸਟ 50 to 80 ਟੌਪਿਕਸ ਬਣਦੇ ਹਨ ਜੋ ਜਨਰਲ ਅਵੇਅਰਨੈਸ ਦੇ ਅੰਡਰ ਆ ਜਾਂਦੇ ਆ। ਐਂਡ ਲਾਸਟ 'ਤੇ ਜੋ ਬਚਦਾ ਉਹ ਹੈ ਕਰੰਟ ਅਫੇਅਰਸ। ਤਾਂ ਫਰੈਂਡਸ, ਇਹਨਾਂ ਸਾਰੇ ਟੌਪਿਕਸ ਨੂੰ ਕਵਰ ਕਰਨ ਦੇ ਲਈ ਜੋ ਮਿਨੀਮਮ ਟਾਈਮ ਦੀ ਰਿਕੁਆਇਰਮੈਂਟ ਹੈ ਉਹ ਹੈ 6 ਮੰਥਸ। ਬਟ ਅੱਜ ਕੱਲ੍ਹ ਕੀ ਹੁੰਦਾ ਕਿ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਐਗਜ਼ਾਮ ਕੰਡਕਟ ਕਰਵਾ ਲਿਆ ਜਾਂਦਾ ਐਂਡ ਸਟੂਡੈਂਟ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਉਹ ਆਪਣੀ ਜੀਕੇ ਦੀ ਪ੍ਰੈਪਰੇਸ਼ਨ ਕਰ ਸਕੇ। ਤਾਂ ਇਸ ਦੇ ਲਈ ਬੈਸਟ ਮੈਥਡ ਇਹੀ ਹੈ ਕਿ ਪੰਜਾਬ ਗੌਰਮੈਂਟ ਵੱਲੋਂ ਜੋ ਪ੍ਰੀਵੀਅਸ ਐਗਜ਼ਾਮ ਕੰਡਕਟ ਕਰਵਾਏ ਗਏ ਹਨ ਉਸ ਦੇ ਵਿੱਚੋਂ ਤੁਸੀਂ MCQ ਪਿਕ ਕਰੋ ਐਂਡ ਉਹਨਾਂ ਨੂੰ ਰਿਵਿਊ ਕਰੋ, ਜਿਸ ਦੇ ਨਾਲ ਤੁਹਾਨੂੰ ਆਈਡੀਆ ਹੋ ਜਾਵੇਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਆ ਰਹੇ ਆ। ਐਂਡ ਤੁਸੀਂ ਜਸਟ ਉਹਨਾਂ ਕੁਐਸਚਨ 'ਤੇ ਬੇਸਡ ਟੌਪਿਕਸ ਨੂੰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕਵਰ ਕਰ ਸਕਦੇ ਹੋ। ਤਾਂ ਅਸੀਂ ਇਸ ਵੀਡੀਓ ਦੇ ਵਿੱਚ ਲਾਸਟ 10 ਈਅਰ ਦੇ ਵਿੱਚ ਪੰਜਾਬ ਗੌਰਮੈਂਟ ਵੱਲੋਂ ਜੋ ਵੀ ਐਗਜ਼ਾਮ ਕੰਡਕਟ ਕਰਵਾਏ ਗਏ ਹਨ ਉਸ ਦੀ ਸਟੈਟਿਕ ਜੀਕੇ ਦੀ MCQ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਤਾਂ ਇਸ ਵੀਡੀਓ ਦੇ ਵਿੱਚ ਕਵਰ ਕੀਤਾ ਜਾਵੇਗਾ ਸੈਟ 1। ਅਗਰ ਤੁਸੀਂ ਫਸਟ ਟਾਈਮ ਵਾਚ ਕਰ ਰਹੇ ਹੋ ਤਾਂ ਇਸ ਵੀਡੀਓ ਦੇ ਨੀਚੇ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ, ਤਾਂ ਜੋ ਅਪਕਮਿੰਗ ਸੈਟ ਜੋ ਵੀ ਅਪਲੋਡ ਹੋਣਗੇ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਐਂਡ ਫਰੈਂਡਸ, ਇਹਨਾਂ ਕੁਐਸਚਨ ਦੀ ਜੋ ਵੀ PDF ਹੋਵੇਗੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ। ਤਾਂ ਉਸ ਦੇ ਲਈ ਤੁਸੀਂ ਸਾਡਾ ਜੋ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ, ਜਿਸ ਦਾ ਲਿੰਕ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਨੀਚੇ ਦੇ ਦਿੱਤਾ ਹੈ। ਤੁਸੀਂ ਸਾਨੂੰ ਇੰਸਟਾ 'ਤੇ ਵੀ ਫੋਲੋ ਕਰ ਸਕਦੇ ਹੋ। ਤਾਂ ਆਓ ਸਟਾਰਟ ਕਰਦੇ ਹਾਂ ਸੈਟ 1। ਫਸਟ ਕੁਐਸਚਨ ਤੁਸੀਂ ਵਾਚ ਕਰ ਰਹੇ ਹੋ, ਦ ਇੰਡੀਅਨ ਨੈਸ਼ਨਲ ਆਰਮੀ ਕੇਮ ਇਨਟੂ ਐਗਜ਼ਿਸਟੈਂਸ ਇਨ 1943। ਐਂਡ ਫਰੈਂਡਸ, ਇਹਨਾਂ ਕੁਐਸਚਨ ਦਾ ਅਸੀਂ ਸੋਰਸ ਵੀ ਨਾਲ ਦੀ ਨਾਲ ਹੀ ਦੇ ਦਿੱਤਾ ਹੈ, ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿ ਕੁਐਸਚਨ ਕਿਸ ਐਗਜ਼ਾਮ ਦੇ ਵਿੱਚੋਂ ਪਿਕ ਕੀਤਾ ਗਿਆ। PPSC ਸੀਨੀਅਰ ਅਸਿਸਟੈਂਟ 2019 ਦੇ ਵਿੱਚ ਐਗਜ਼ਾਮ ਹੈਲਡ ਹੋਇਆ ਸੀ, ਜਿਸ 'ਚੋਂ ਕੁਐਸਚਨ ਪਿਕ ਕੀਤਾ ਗਿਆ। ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਇੰਡੀਅਨ ਨੈਸ਼ਨਲ ਆਰਮੀ 1943 ਦੇ ਵਿੱਚ ਕਿਹੜੀ ਕੰਟਰੀ ਦੇ ਵਿੱਚ ਹੋਂਦ 'ਚ ਆਈ ਸੀ। ਤਾਂ ਆਪਸ਼ਨ ਅਗਰ ਆਪਾਂ ਦੇਖੀਏ ਤਾਂ ਸੀ ਇਸ ਦਾ ਕਰੈਕਟ ਆਨਸਰ ਹੈ ਸਿੰਗਾਪੁਰ। ਐਂਡ ਫਰੈਂਡਸ, ਇਸ ਦੇ ਨਾਲ ਕੁਛ ਕੁ ਅਦਰ ਫੈਕਟਸ ਹਨ ਜੋ ਤੁਸੀਂ ਯਾਦ ਰੱਖ ਲੈਣੇ ਆ, ਜਿਸ ਤਰ੍ਹਾਂ ਇੰਡੀਅਨ ਨੈਸ਼ਨਲ ਆਰਮੀ ਓਰੀਜਨਲੀ ਫਾਈਂਡ ਆਊਟ ਕੀਤੀ ਗਈ ਸੀ ਕੈਪਟਨ ਮੋਹਨ ਸਿੰਘ ਦੁਆਰਾ ਇਨ 1942 ਦੇ ਵਿੱਚ ਇਨ ਜਾਪਾਨ। ਐਂਡ ਆਫਟਰ ਡੈਟ ਇਸ ਦਾ ਨੇਮ ਚੇਂਜ ਕਰਕੇ ਇੰਡੀਅਨ ਇੰਡੀਪੈਂਡੈਂਸ ਲੀਗ ਰੱਖਿਆ ਗਿਆ ਐਂਡ ਇਸ ਦਾ ਜੋ ਹੈੱਡ ਸੀ ਉਹ ਰਾਸ ਬਿਹਾਰੀ ਬੋਸ ਨੂੰ ਬਣਾ ਦਿੱਤਾ ਗਿਆ। ਬਟ ਇਨ 1943 ਦੇ ਵਿੱਚ ਇਸ ਦੇ ਜੋ ਹੈੱਡ ਸੀ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਬਣਾਏ ਗਏ ਐਂਡ ਲੀਡਰਸ਼ਿਪ ਆ ਜਿਹੜੀ ਸਾਰੀ ਉਹਨਾਂ ਕੋਲ ਆ ਗਈ। ਤਾਂ ਨੇਤਾ ਜੀ ਵੱਲੋਂ ਇੱਕ ਸਲੋਗਨ ਵੀ ਦਿੱਤਾ ਗਿਆ ਸੀਗਾ, ਦਿੱਲੀ ਚਲੋ, ਕਿਉਂਕਿ ਫਰੈਂਡਸ ਉਸ ਟਾਈਮ 'ਤੇ ਜੋ ਇੰਡੀਆ ਸੀ ਉਹ ਬ੍ਰਿਟਿਸ਼ ਦਾ ਗੁਲਾਮ ਸੀ ਐਂਡ ਇੰਡੀਆ ਨੂੰ ਬ੍ਰਿਟਿਸ਼ ਤੋਂ ਆਜ਼ਾਦ ਕਰਵਾਉਣ ਦੇ ਲਈ ਹੀ ਇਹਨਾਂ ਵੱਲੋਂ ਇਹ ਸਲੋਗਨ ਦਿੱਤਾ ਗਿਆ ਸੀਗਾ ਆਰਮੀ ਨੂੰ, ਦਿੱਲੀ ਚਲੋ ਮੀਨਸ ਦਿੱਲੀ ਚੱਲ ਕੇ ਇੰਡੀਆ ਨੂੰ ਆਜ਼ਾਦ ਕਰਵਾਓ। ਤਾਂ ਇਸ ਤਰ੍ਹਾਂ ਦੇ ਮਤਲਬ ਇੱਕ ਕੁਐਸਚਨ ਦੇ ਵਿੱਚੋਂ ਕਾਫੀ ਫੈਕਟਸ ਜੋ ਨਿਕਲੇ ਹੁੰਦੇ ਆ, ਤੁਸੀਂ ਉਹ ਸਾਰੇ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ। ਸੈਕਿੰਡ ਕੁਐਸਚਨ ਹੈ, ਦ ਇੰਡੀਅਨ ਪਾਰਲੀਮੈਂਟ ਕੰਸਿਸਟ ਆਫ। ਇੰਡੀਅਨ ਪਾਰਲੀਮੈਂਟ ਕਿਸ ਤੋਂ ਮਿਲ ਕੇ ਬਣਦੀ ਹੈ। ਤਾਂ ਇਸ ਦਾ ਜੋ ਕਰੈਕਟ ਆਨਸਰ ਹੋਵੇਗਾ D, ਪ੍ਰੈਜ਼ੀਡੈਂਟ ਐਂਡ ਬੋਥ ਹਾਊਸਸ। ਬੋਥ ਹਾਊਸਸ ਦੇ ਵਿੱਚ ਫਰੈਂਡਸ ਆਪਣਾ ਆ ਜਾਵੇਗਾ ਲੋਕ ਸਭਾ ਐਂਡ ਰਾਜ ਸਭਾ। ਤਾਂ ਇਹਨਾਂ ਨੂੰ ਮਿਲ ਕੇ ਪਾਰਲੀਮੈਂਟ ਜੋ ਆਪਣੀ ਬਣਦੀ ਹੈ। ਇਸ ਦੇ ਕੁਝ ਕੁ ਅਦਰ ਫੈਕਟਸ ਹਨ ਜੋ ਆਪਾਂ ਦੇਖ ਲੈਂਦੇ ਹਾਂ। ਪਾਰਲੀਮੈਂਟ ਆਫ ਇੰਡੀਆ ਕੰਸਿਸਟ ਪ੍ਰੈਜ਼ੀਡੈਂਟ, ਲੋਕ ਸਭਾ ਐਂਡ ਰਾਜ ਸਭਾ। ਐਂਡ ਫਰੈਂਡਸ, ਇਸ ਟੌਪਿਕ ਦੇ ਵਿੱਚੋਂ ਜੋ ਕਈ ਕੁਐਸਚਨ ਐਗਜ਼ਾਮ ਦੇ ਵਿੱਚ ਬਣ ਜਾਂਦੇ ਆ, ਤਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਸ ਨੂੰ ਕੰਪਲੀਟ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ। ਤਾਂ ਆਓ ਦੇਖਦੇ ਹਾਂ ਇਸ ਦੇ ਕੁਝ ਕੁ ਅਦਰ ਫੈਕਟਸ। ਜਿਸ ਤਰ੍ਹਾਂ ਲੋਕ ਸਭਾ ਜੋ ਹੈ ਇਸ ਨੂੰ ਬਿਫੋਰ 94 ਤੋਂ ਪਹਿਲਾਂ 2 ਅਦਰ ਨੇਮਸ ਦੇ ਨਾਮ ਜਾਣਿਆ ਜਾਂਦਾ ਸੀਗਾ, ਹਾਊਸ ਆਫ ਪੀਪਲ ਐਂਡ ਲੋਅਰ ਹਾਊਸ। ਐਂਡ 1954 ਤੋਂ ਬਾਅਦ ਫਰੈਂਡਸ ਇਸ 'ਤੇ ਇਹਨਾਂ ਦੀ ਹਿੰਦੀ ਨੇਮ ਆ ਜੋ ਚੇਂਜ ਕਰਕੇ ਲੋਕ ਸਭਾ ਐਂਡ ਰਾਜ ਸਭਾ ਰੱਖੇ ਗਏ। ਤਾਂ ਬਿਫੋਰ 1954 ਤੋਂ ਜੋ ਪ੍ਰੀਵੀਅਸ ਨੇਮ ਹਨ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ। ਰਾਜ ਸਭਾ ਨੂੰ ਅਪਰ ਹਾਊਸ ਐਂਡ ਕਾਊਂਸਲ ਆਫ ਸਟੇਟਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਲੋਕ ਸਭਾ ਦੀਆਂ ਮੈਕਸੀਮਮ ਸੀਟਸ ਦੀ ਗੱਲ ਕਰੀਏ ਤਾਂ 552 ਹੁੰਦੀਆਂ, ਜਿਨ੍ਹਾਂ ਦੇ ਵਿੱਚੋਂ ਇਸ ਦੀ ਬਾਈਫਰਕੇਸ਼ਨ ਦੇਖੀਏ ਤਾਂ 530 ਜੋ ਹਨ ਉਹ ਡਾਇਰੈਕਟਲੀ ਇਲੈਕਟ ਕਰਦੇ ਆ ਕਾਮਨ ਪੀਪਲ ਆਫ ਸਟੇਟਸ, ਮੀਨਸ ਸਟੇਟਸ ਤੋਂ ਇਲੈਕਟ ਹੋ ਕੇ ਆਉਂਦੇ ਆ ਜੋ 530 MP ਹਨ।
ਜੋ ਵੀ ਫਰੈਂਡਸ ਪਾਰਲੀਮੈਂਟ ਦਾ ਮੈਂਬਰ ਹੋਵੇਗਾ ਉਸ ਨੂੰ MP ਬੋਲਿਆ ਜਾਵੇਗਾ। ਐਂਡ 20 ਜੋ ਹਨ ਉਹ UTs ਤੋਂ ਇਲੈਕਟ ਹੁੰਦੇ ਆ। 2 ਐਂਗਲੋ ਇੰਡੀਅਨ ਮੈਂਬਰ ਜੋ ਨੋਮੀਨੇਟ ਕਰਦਾ ਹੈ ਉਹ ਪ੍ਰੈਜ਼ੀਡੈਂਟ। ਐਂਗਲੋ ਇੰਡੀਅਨ ਮੀਨਸ ਫਰੈਂਡਸ ਫਾਦਰ ਜਿਨ੍ਹਾਂ ਦਾ ਫੋਰਨਰ ਹੋਵੇਗਾ ਐਂਡ ਮਦਰ ਇੰਡੀਅਨ ਹੋਵੇ ਐਂਡ ਦੋਨਾਂ ਦਾ ਜੋ ਸਨ ਹੋਵੇਗਾ ਉਸ ਨੂੰ ਐਂਗਲੋ ਇੰਡੀਅਨ ਬੋਲਿਆ ਜਾਵੇਗਾ। ਮੀਨਸ ਇਹ ਵੀ ਹੋ ਸਕਦਾ ਹੈ ਮਦਰ ਫੋਰਨਰ ਹੋਵੇ ਐਂਡ ਫਾਦਰ ਇੰਡੀਅਨ ਹੋਵੇ ਐਂਡ ਦੋਨਾਂ ਦਾ ਜੋ ਸਨ ਹੋਵੇਗਾ ਉਹ ਐਂਗਲੋ ਇੰਡੀਅਨ ਹੋਵੇਗਾ। ਮੀਨਸ ਮਦਰ ਜਾਂ ਫਾਦਰ ਦੇ ਵਿੱਚੋਂ ਇੱਕ ਫੋਰਨਰ ਹੋਣਾ ਚਾਹੀਦਾ, ਇੱਕ ਇੰਡੀਅਨ, ਐਂਡ ਉਹਨਾਂ ਦਾ ਜੋ ਸਨ ਹੋਵੇਗਾ ਉਸ ਨੂੰ ਹੀ ਐਂਗਲੋ ਇੰਡੀਅਨ ਬੋਲਿਆ ਜਾਵੇਗਾ। ਤਾਂ ਇਸ ਤਰ੍ਹਾਂ ਦੇ 2 ਮੈਂਬਰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ। ਐਂਡ ਲੋਕ ਸਭਾ ਦੇ ਵਿੱਚ ਜੋ ਇਹਨਾਂ ਦੀ ਇਲੈਕਸ਼ਨ ਹੁੰਦੀ ਆ ਉਹ ਸਿਰਫ 5 ਈਅਰ ਲਈ ਇਲੈਕਟ ਕੀਤੇ ਜਾਂਦੇ ਹਨ। 5 ਈਅਰ ਤੋਂ ਬਾਅਦ ਦੁਬਾਰਾ ਤੋਂ ਇਲੈਕਸ਼ਨ ਹੁੰਦੀਆਂ। ਰਾਜ ਸਭਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੈਕਸੀਮਮ ਸੀਟਸ ਦੀ ਜੋ ਗਿਣਤੀ ਹੈ ਉਹ 250 ਹੈ। ਬਾਈਫਰਕੇਸ਼ਨ ਦੇਖੀਏ ਤਾਂ 238 ਇਲੈਕਟ ਕੀਤੇ ਜਾਂਦੇ ਆ MLAs ਦੁਆਰਾ, ਜੋ ਆਪਾਂ ਸਟੇਟ ਦੇ MLA ਇਲੈਕਟ ਕਰਦੇ ਹਾਂ, ਜਾਂ MLC ਮੈਂਬਰਸ ਆਫ ਲੈਜਿਸਲੇਟਿਵ ਕਾਊਂਸਲਸ ਉਹਨਾਂ ਦੁਆਰਾ ਇਲੈਕਟ ਕੀਤੇ ਜਾਂਦੇ ਹਨ। 12 ਮੈਂਬਰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਜਿਨ੍ਹਾਂ ਨੂੰ ਕਿਸੇ ਸਪੈਸ਼ਲ ਫੀਲਡ ਦੇ ਵਿੱਚ ਨੌਲੇਜ ਹੋਵੇ ਜਾਂ ਐਕਸਪੀਰੀਅੰਸ ਹੋਵੇ, ਜਿਸ ਤਰ੍ਹਾਂ ਲਿਟਰੇਚਰ, ਸਾਇੰਸ, ਆਰਟ ਜਾਂ ਸੋਸ਼ਲ ਸਰਵਿਸ। ਐਂਡ ਫਰੈਂਡਸ ਰਾਜ ਸਭਾ ਨੂੰ ਪਰਮਾਨੈਂਟ ਹਾਊਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਕਦੇ ਡਾਈਜ਼ੋਲਵ ਨਹੀਂ ਹੁੰਦੀ। ਇਸ ਦੇ 1/3 ਮੈਂਬਰ ਹੈ ਜਿਹੜੇ ਹਰੇਕ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਆ ਐਂਡ ਉਸ ਤੋਂ ਬਾਅਦ ਨਿਊ ਇਲੈਕਸ਼ਨ ਜੋ ਹੈ ਕਰ ਲਈ ਜਾਂਦੀ ਹੈ। ਜਦੋਂ ਕਿ ਲੋਕ ਸਭਾ ਪਰਮਾਨੈਂਟ ਹਾਊਸ ਨਹੀਂ ਹੈ, ਇਹ ਕਿਸੇ ਵੀ ਟਾਈਮ 'ਤੇ ਡਾਈਜ਼ੋਲਵ ਹੋ ਸਕਦੀ ਹੈ। ਐਂਡ ਫਰੈਂਡਸ ਇਸ ਤੋਂ ਇਲਾਵਾ ਜੋ 530 ਟੋਟਲ ਇਸ ਦੇ MPs ਹਨ ਉਸ ਦੀ ਬਾਈਫਰਕੇਸ਼ਨ ਦੇਖੀਏ ਤਾਂ ਹਰੇਕ ਸਟੇਟ ਲਈ ਅਲੱਗ-ਅਲੱਗ ਸੀਟਸ ਰਿਜ਼ਰਵ ਹਨ। ਜਿਸ ਤਰ੍ਹਾਂ ਮੈਕਸੀਮਮ ਸੀਟਸ ਜੋ ਹੋਣਗੀਆਂ ਲੋਕ ਸਭਾ ਦੇ ਵਿੱਚ ਉਹ UP ਲਈ ਰਿਜ਼ਰਵ ਹਨ 80, ਸੈਕਿੰਡ 'ਤੇ ਮਹਾਰਾਸ਼ਟਰ, ਫਿਰ ਵੈਸਟ ਬੰਗਾਲ ਐਂਡ 4th 'ਤੇ ਬਿਹਾਰ। ਤਾਂ ਆਪਾਂ ਪੰਜਾਬ ਲਈ ਪ੍ਰੈਪਰੇਸ਼ਨ ਕਰ ਰਹੇ ਹਾਂ ਤਾਂ ਪੰਜਾਬ ਦੀਆਂ ਸੀਟਸ ਵੀ ਯਾਦ ਕਰਨੀਆਂ ਜ਼ਰੂਰੀ ਹੋ ਜਾਂਦੀਆਂ। ਤਾਂ ਪੰਜਾਬ ਦੇ ਲਈ ਜੋ ਲੋਕ ਸਭਾ ਦੀਆਂ ਸੀਟਸ ਰਿਜ਼ਰਵ ਹਨ ਉਹ 13 ਹਨ। ਐਂਡ ਰਾਜ ਸਭਾ ਦੇ ਵਿੱਚ ਦੇਖੀਏ ਤਾਂ ਉਹਨਾਂ ਦੀ ਗਿਣਤੀ 7 ਹੈ। ਮੀਨਸ ਟੋਟਲ ਪਾਰਲੀਮੈਂਟ ਦੇ ਵਿੱਚ 20 MPs ਜੋ ਹਨ ਉਹ ਪੰਜਾਬ ਤੋਂ ਇਲੈਕਟ ਕੀਤੇ ਜਾਂਦੇ ਆ, 13 ਲੋਕ ਸਭਾ ਦੇ ਵਿੱਚ ਐਂਡ 7 ਰਾਜ ਸਭਾ ਦੇ ਵਿੱਚ। ਤਾਂ ਇਹ ਕੁਛ ਕੁ ਐਕਸਟਰਾ ਫੈਕਟਸ ਹਨ ਜੋ ਤੁਸੀਂ ਯਾਦ ਕਰ ਲੈਣੇ ਆ, ਕਈ ਵਾਰੀ ਕੁਐਸਚਨ ਇਹਨਾਂ ਦੇ ਵਿੱਚੋਂ ਵੀ ਬਣ ਜਾਂਦਾ ਹੈ। 3rd ਕੁਐਸਚਨ ਦੇਖਦੇ ਹਾਂ ਦਾ ਟੋਟਲ ਨੰਬਰ ਆਫ ਈਅਰ ਬੋਨਸ ਇਨ ਹਿਊਮਨ ਆਰ। ਹਿਊਮਨ ਦੇ ਵਿੱਚ ਈਅਰ ਬੋਨਸ ਦੀ ਗਿਣਤੀ ਪੁੱਛਿਆ ਫਰੈਂਡਸ ਇਹਨਾਂ ਨੇ। ਤਾਂ ਇੱਕ ਜੋ ਆਪਣਾ ਈਅਰ ਹੁੰਦਾ ਉਸ ਦੇ ਵਿੱਚ 3 ਬੋਨਸ ਹੁੰਦੀਆਂ, ਜਿਸ ਤਰ੍ਹਾਂ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ। ਫਸਟ ਜੋ ਹੈ ਇਨਕਸ ਐਂਡ ਨੈਕਸਟ ਮੈਲਿਊਸ ਐਂਡ ਨੈਕਸਟ ਹੈ ਸਟੇਪਸ। ਤਾਂ ਆਪਣੇ ਕੋਲ ਇਹਨਾਂ ਨੇ ਪੁੱਛਿਆ ਟੋਟਲ ਨੰਬਰ ਆਫ ਈਅਰਸ ਫਰੈਂਡਸ, ਤਾਂ 2 ਈਅਰਸ ਹੁੰਦੇ ਆ ਤਾਂ 3 ਇਨ ਈਚ ਈਅਰ, ਮੀਨਸ 3 into 2 ਕਰਾਂਗੇ ਤਾਂ 6 ਬੋਨਸ ਇਸ ਦਾ ਕਰੈਕਟ ਆਨਸਰ ਆ ਜਾਵੇਗਾ 2 ਈਅਰਸ ਦੇ ਵਿੱਚ। ਅਤੇ ਇਸ ਦੇ ਨਾਲ ਹੀ ਤੁਸੀਂ ਜੋ ਹਨ ਇਸ ਦੇ ਇੱਕ ਫੈਕਟਸ ਵੀ ਯਾਦ ਕਰ ਲੈਣੇ ਆ। ਸਟੇਪਸ ਜੋ ਹੋਵੇਗੀ ਸਮਾਲੈਸਟ ਬੋਨ ਹੁੰਦੀ ਹੈ ਹਿਊਮਨ ਬੋਡੀ ਦੇ ਵਿੱਚ। ਐਂਡ ਫਰੈਂਡਸ ਲੌਂਗੈਸਟ ਬੋਨ ਦੀ ਗੱਲ ਕਰੀਏ ਤਾਂ ਲੌਂਗੈਸਟ ਬੋਨ ਥਾਈ ਬੋਨ ਹੁੰਦੀ ਹੈ ਜਿਸ ਦਾ ਨਾਮ ਹੈ ਫੀਮਰ, ਇਹ ਆਪਣੇ ਪੱਟ ਦੇ ਵਿੱਚ ਹੁੰਦੀ ਹੈ। ਸਮਾਲੈਸਟ ਬੋਨ ਈਅਰ ਦੇ ਵਿੱਚ ਹੀ ਹੁੰਦੀ ਹੈ ਸਟੇਪਸ। ਥਿਨੈਸਟ ਬੋਨ ਲੋਅਰ ਲੈਗ ਬੋਨ ਹੁੰਦੀ ਹੈ ਜਿਸ ਨੂੰ ਫੈਬੂਲਾ ਬੋਲਿਆ ਜਾਂਦਾ ਹੈ। ਸਟਰੋਂਗੈਸਟ ਬੋਨ ਜਾ ਬੋਨ ਹੁੰਦੀ ਹੈ ਫਰੈਂਡਸ ਜੋ ਆਪਣਾ ਜਵਾੜਾ ਹੁੰਦਾ। ਸੈਕਿੰਡ ਸਟਰੋਂਗੈਸਟ ਬੋਨ ਥਾਈ ਬੋਨ ਐਂਡ ਬਿਊਟੀ ਬੋਨ ਜਾਂ ਸ਼ੋਲਡਰ ਬੋਨ ਕਿਹਾ ਜਾਂਦਾ ਸਕੈਪੂਲਾ ਐਂਡ ਕਲੈਵੀਕਲ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਣੇ ਸ਼ੋਲਡਰ ਜੋ ਬੋਨ ਹੁੰਦੀ ਹੈ ਉਸ ਨੂੰ ਬਿਊਟੀ ਬੋਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇੱਥੇ 2 ਬੋਨਸ ਹੁੰਦੀਆਂ ਫਰੈਂਡਸ, ਇਹਨਾਂ ਦੇ ਨੇਮ ਤੁਸੀਂ ਯਾਦ ਕਰ ਲੈਣੇ ਆ। ਨੰਬਰ ਆਫ ਫੇਸ ਬੋਨਸ ਦੇਖੀਏ ਤਾਂ ਆਪਣੇ ਫੇਸ ਦੇ ਵਿੱਚ ਵੀ ਬੋਨਸ ਹੁੰਦੀ ਹੈ 14, ਇਹਨਾਂ ਦੀ ਗਿਣਤੀ ਹੁੰਦੀ ਹੈ। ਕ੍ਰੇਨੀਅਮ ਬੋਨਸ ਫਰੈਂਡਸ ਆਪਣੇ ਜੋ ਖੋਪੜੀ ਹੁੰਦੀ ਹੈ ਉੱਪਰ ਸਿਰ ਦੇ ਉੱਤੇ ਇਸ ਦੀ 8 ਬੋਨਸ ਹੁੰਦੀ ਹੈ। ਬੈਕਬੋਨ ਦੇਖਣ ਨੂੰ ਜਿਸ ਨੂੰ ਆਪਾਂ ਰੀੜ੍ਹ ਦੀ ਹੱਡੀ ਵੀ ਕਹਿ ਦਿੰਦੇ ਹਾਂ, ਦੇਖਣ ਵਾਸਤੇ ਤਾਂ ਇੱਕ ਹੀ ਲੱਗਦੀ ਹੈ ਬਟ ਇਹ ਕੁਛ ਕੁ ਬੋਨਸ ਤੋਂ ਮਿਲ ਕੇ ਬਣੀ ਹੁੰਦੀ ਹੈ। ਤਾਂ ਟੋਟਲ ਗਿਣਤੀ ਜੋ ਹੁੰਦੀ ਹੈ ਇਸ ਦੀ 26 ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਜੋ ਕੁਐਸਚਨ ਕਈ ਵਾਰੀ ਐਗਜ਼ਾਮ ਦੇ ਵਿੱਚ ਬਣ ਜਾਂਦੇ ਆ ਤਾਂ ਤੁਸੀਂ ਇਹ ਸਾਰੇ ਫੈਕਟ ਯਾਦ ਕਰ ਲੈਣੇ ਆ। ਨੈਕਸਟ ਹੈ ਹੀਰਾਕੁੰਡ ਡੈਮ ਇਜ਼ ਲੋਕੇਟਡ ਔਨ ਵਿਚ ਰਿਵਰ। ਹੀਰਾਕੁੰਡ ਡੈਮ ਕਿਹੜੀ ਰਿਵਰ 'ਤੇ ਬਣਿਆ ਹੋਇਆ? ਤਾਂ ਫਰੈਂਡਸ ਅਗਰ ਆਪਾਂ ਰਿਵਰ ਦੇਖੀਏ ਇੰਡੀਅਨ ਮੈਪ ਦੇ ਵਿੱਚ ਤਾਂ ਰਿਵਰ ਜੋ ਹੈ ਉਹ ਐਗਜ਼ਿਸਟ ਕਰਦੀ ਹੈ ਉੜੀਸਾ ਦੇ ਵਿੱਚ, ਮਹਾਨਦੀ। ਤਾਂ ਇਸ ਦਾ ਜੋ ਕਰੈਕਟ ਆਨਸਰ ਹੋਵੇਗਾ ਮਹਾਨਦੀ। ਮੀਨਸ ਹੀਰਾਕੁੰਡ ਡੈਮ ਮਹਾਨਦੀ ਰਿਵਰ 'ਤੇ ਬਣਿਆ। ਐਂਡ ਇੱਕ ਤੁਸੀਂ ਹੋਰ ਯਾਦ ਫੈਕਟ ਕਰ ਲੈਣਾ, ਲੌਂਗੈਸਟ ਡੈਮ ਹੈ ਜਿਹੜਾ ਏਸ਼ੀਆ ਦਾ ਉਹ ਹੀਰਾਕੁੰਡੀ ਹੈ ਜੋ ਕਿ ਉੜੀਸਾ ਦੇ ਵਿੱਚ ਲੋਕੇਟਡ ਹੈ। ਤਾਂ ਫਰੈਂਡਸ 2-3 ਕੁਐਸਚਨ ਇਸ ਦੇ ਵਿੱਚੋਂ ਨਿਕਲਿਆ, ਜਿਸ ਤਰ੍ਹਾਂ ਹੀਰਾਕੁੰਡ ਡੈਮ ਸਭ ਤੋਂ ਪਹਿਲਾਂ ਤਾਂ ਕਿਹੜੀ ਰਿਵਰ 'ਤੇ ਹੈ? ਮਹਾਨਦੀ। ਤਾਂ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੀਰਾਕੁੰਡ ਡੈਮ ਕਿਹੜੀ ਸਟੇਟ ਦੇ ਵਿੱਚ ਹੈ? ਤਾਂ ਉਸ ਦਾ ਆਨਸਰ ਹੋਵੇਗਾ ਉੜੀਸਾ। ਐਂਡ ਲੌਂਗੈਸਟ ਡੈਮ ਆਫ ਦਾ ਏਸ਼ੀਆ ਹੀਰਾਕੁੰਡ ਡੈਮ। ਤਾਂ ਇਸ ਤਰ੍ਹਾਂ ਇੱਕ ਕੁਐਸਚਨ ਚੋਂ ਹੀ ਆਪਾਂ ਜੋ ਬਹੁਤ ਸਾਰੇ ਕੁਐਸਚਨ ਕੱਢ ਕੇ ਉਹਨਾਂ ਨੂੰ ਯਾਦ ਕਰਾਂਗੇ ਤਾਂ ਇਸ ਦੇ ਨਾਲ ਤੁਹਾਡੀ ਪ੍ਰੈਪਰੇਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਜਾਵੇਗੀ।
ਨੈਕਸਟ ਕੁਐਸਚਨ ਹੈ ਵਿਚ ਬੈਂਕ ਵਾਜ਼ earlier ਕਾਲਡ ਇੰਪੀਰੀਅਲ ਬੈਂਕ ਆਫ ਇੰਡੀਆ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਸ਼ਨਸ ਸਟੇਟ ਬੈਂਕ ਆਫ ਇੰਡੀਆ, PNB, ICIC ਐਂਡ ਸਟੇਟ ਬੈਂਕ ਆਫ ਪਟਿਆਲਾ। ਐਂਡ ਫਰੈਂਡਸ ਇਸ ਦੀ ਅਗਰ ਗੱਲ ਕਰੀਏ ਤਾਂ ਇੰਪੀਰੀਅਲ ਬੈਂਕ ਆਫ ਇੰਡੀਆ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਜਾਂਦਾ ਸੀ, ਤਾਂ ਇਹ ਇਸ ਦਾ ਕਰੈਕਟ ਆਨਸਰ ਬਣ ਜਾਵੇਗਾ। ਹੈੱਡਕੁਆਟਰ ਜੋ ਹਨ ਸਟੇਟ ਬੈਂਕ ਆਫ ਇੰਡੀਆ ਦੇ ਮੁੰਬਈ। ਐਂਡ ਇਸ ਤੋਂ ਪਹਿਲਾਂ ਵੀ ਇਸ ਦੀ ਕੁਛ ਕੁ ਹਿਸਟਰੀ ਦੇਖ ਲੈਂਦੇ ਹਾਂ। ਜਿਸ ਤਰ੍ਹਾਂ ਇਸ ਨੂੰ ਪਹਿਲਾਂ ਬੈਂਕ ਆਫ ਕੋਲਕਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ 1806 ਦੇ ਵਿੱਚ। ਫਿਰ ਇਸ ਨੂੰ ਬੈਂਕ ਆਫ ਬੰਬੇ ਬਣਾਇਆ ਗਿਆ 15 ਅਪ੍ਰੈਲ 1840 ਦੇ ਵਿੱਚ। ਬੈਂਕ ਆਫ ਮਦਰਾਸ ਐਂਡ 1921 ਦੇ ਵਿੱਚ ਫਰੈਂਡਸ ਇਸ ਨੂੰ ਇੰਪੀਰੀਅਲ ਬੈਂਕ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਣ ਲੱਗਾ, ਜੋ ਕਿ ਬਾਅਦ ਦੇ ਵਿੱਚ 1 ਜੁਲਾਈ 1955 ਦੇ ਵਿੱਚ ਉਹ ਸਟੇਟ ਬੈਂਕ ਆਫ ਇੰਡੀਆ ਬਣਿਆ। ਐਂਡ ਫਰੈਂਡਸ ਸਟੇਟ ਬੈਂਕ ਆਫ ਇੰਡੀਆ ਜੋ ਹੈ ਇੱਕ ਸਿੰਗਲ ਬੈਂਕ ਨਹੀਂ ਹੈ, ਇਹ ਐਸੋਸੀਏਸ਼ਨ ਆਫ ਬੈਂਕਸ ਹੈ। ਮੀਨਸ ਕਈ ਐਸੋਸੀਏਟ ਬੈਂਕ ਇਸ ਦੇ ਵਿੱਚ ਮਰਜ ਕੀਤੇ ਜਾ ਚੁੱਕੇ ਆ। ਜਿਸ ਤਰ੍ਹਾਂ ਇੱਕ ਲੇਟੈਸਟ ਕੁਐਸਚਨ ਜੋ ਬਣਦਾ ਸਟੇਟ ਬੈਂਕ ਆਫ ਪਟਿਆਲਾ ਨੂੰ ਮਰਜ ਕੀਤਾ ਗਿਆ 1 ਅਪ੍ਰੈਲ 2017 ਦੇ ਵਿੱਚ ਵਿਦ 4 ਅਦਰ ਬੈਂਕਸ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 2nd, 3rd, 4th, 5th ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਹੈਦਰਾਬਾਦ, ਮਾਈਸੂਰ ਐਂਡ ਜੋ ਹੈ ਤ੍ਰਾਵਣਕੌਰ। ਤਾਂ ਇਹਨਾਂ 4 ਸਟੇਟ ਬੈਂਕਸ ਦੇ ਨਾਲ ਸਟੇਟ ਬੈਂਕ ਆਫ ਪਟਿਆਲਾ ਨੂੰ ਵੀ ਮਰਜ ਕੀਤਾ ਗਿਆ 1 ਅਪ੍ਰੈਲ 2017 ਨੂੰ। ਲੇਟੈਸਟ ਕੁਐਸਚਨ ਹੈ। ਐਂਡ ਇਸ ਤਰ੍ਹਾਂ ਫਰੈਂਡਸ 5 ਬੈਂਕਸ ਨੂੰ ਮਰਜ ਕੀਤਾ ਗਿਆ 17 ਦੇ ਵਿੱਚ। ਐਂਡ 2 ਬੈਂਕਸ ਜੋ ਆਲਰੇਡੀ ਮਰਜ ਹੋ ਚੁੱਕੇ ਸੀ SBI ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਟੇਟ ਬੈਂਕ ਆਫ ਹੁਸ਼ਿਆਰਪੁਰ 2008 ਦੇ ਵਿੱਚ ਇਹ ਮਰਜ ਹੋ ਚੁੱਕਿਆ ਸੀ ਆਲਰੇਡੀ। ਐਂਡ ਸਟੇਟ ਬੈਂਕ ਆਫ ਇੰਦੌਰ 2010 ਦੇ ਵਿੱਚ। ਤਾਂ ਇਸ ਤਰ੍ਹਾਂ ਟੋਟਲ 7 ਬੈਂਕਸ ਜੋ ਹਨ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮਰਜ ਹੋ ਚੁੱਕੇ ਆ। ਤਾਂ ਇਹ ਸੀਗੀ ਦੀ ਹਿਸਟਰੀ ਜੋ ਤੁਸੀਂ ਯਾਦ ਕਰ ਲੈਣੀ ਹੈ। ਨੈਕਸਟ ਹੈ ਦਾ ਹਾਈਐਸਟ ਪੀਕ ਆਫ ਹਿਮਾਲਿਆ। ਹਿਮਾਲਿਆ ਦੀ ਹਾਈਐਸਟ ਪੀਕਸ ਬਾਰੇ ਆਪਾਂ ਨੂੰ ਪੁੱਛਿਆ ਫਰੈਂਡਸ। ਤਾਂ ਆਪਸ਼ਨਸ ਅਗਰ ਦੇਖੀਏ ਤਾਂ ਸਿੱਕਮ ਇਸ ਦਾ ਆਨਸਰ ਬਣੇਗਾ। ਇੱਥੇ ਆਪਾਂ ਨੂੰ ਪੀਕ ਦਾ ਨੇਮ ਨਹੀਂ ਪੁੱਛਿਆ ਗਿਆ, ਜਸਟ ਆਪਸ਼ਨ ਦੇ ਵਿੱਚ ਸਟੇਟਸ ਗਿਵਨ ਹਨ, ਤਾਂ ਆਪਾਂ ਸਟੇਟਸ ਦੇ ਵਿੱਚ ਦੱਸਣਾ ਹਾਈਐਸਟ ਪੀਕਸ ਜੋ ਹੈ ਉਹ ਸਿੱਕਮ ਦੇ ਵਿੱਚ ਹੋਵੇਗੀ। ਤਾਂ ਇਸ ਦੇ ਕੁਝ ਫੈਕਟਸ ਦੇਖ ਲੈਂਦੇ ਹਾਂ ਜਿਸ ਦੀ ਆਲਵੇਜ਼ ਕਨਫਿਊਜ਼ਨ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਹਾਈਐਸਟ ਪੀਕ ਆਫ ਹਿਮਾਲਿਆ ਇਨ ਦਾ ਵਰਲਡ ਦੀ ਗੱਲ ਕਰੀਏ ਤਾਂ ਉਹ ਮਾਊਂਟ ਐਵਰੈਸਟ ਹੀ ਹੈ। ਐਂਡ ਹਾਈਐਸਟ ਪੀਕ ਆਫ ਇੰਡੀਆ, ਹਾਈਐਸਟ ਪੀਕ ਆਫ ਇੰਡੀਆ ਜੋ ਦੇਖੀਏ ਉਹ K2 ਗੋਡਵਿਨ ਆਸਟਿਨ ਹੈ, ਜੋ ਕਿ ਕਾਰਾਕੋਰਮ ਰੇਂਜ 'ਤੇ ਹੈ, ਪਾਕਿਸਤਾਨ ਆਕੂਪਾਈਡ ਕਸ਼ਮੀਰ 'ਤੇ। ਹਾਈਐਸਟ ਪੀਕ ਆਫ ਹਿਮਾਲਿਆ ਦੇਖੀਏ ਫਰੈਂਡਸ ਇੰਡੀਆ ਦੇ ਵਿੱਚ ਤਾਂ ਇਹ ਕੰਚਨਜੰਗਾ ਹੈ, ਇਹ ਸਿੱਕਮ ਸਟੇਟ ਦੇ ਵਿੱਚ ਹੈ। ਤਾਂ ਫਰੈਂਡਸ ਇੱਥੇ ਆਪਸ਼ਨਸ ਦੇਖਣੀਆਂ ਜ਼ਰੂਰੀ ਹੈ। ਹਾਈਐਸਟ ਪੀਕ ਆਫ ਹਿਮਾਲਿਆ ਵੈਸੇ ਤਾਂ ਮਾਊਂਟ ਐਵਰੈਸਟ ਹੈ, ਬਟ ਇਹਨਾਂ ਨੇ ਇੰਡੀਆ ਦੀਆਂ ਜੋ ਆਪਸ਼ਨਸ ਸਟੇਟ ਦੀਆਂ ਆਪਸ਼ਨਸ ਗਿਵਨ ਹਨ ਤਾਂ ਆਪਾਂ ਸਟੇਟ ਵਾਈਜ਼ ਦੇਖਣਾ ਹੈ, ਕਿਉਂਕਿ ਮਾਊਂਟ ਐਵਰੈਸਟ ਜੋ ਹੈ ਫਰੈਂਡਸ ਉਹ ਨੇਪਾਲ ਦੇ ਵਿੱਚ ਹੈ। ਤਾਂ ਇੱਥੇ ਨੇਪਾਲ ਦੀ ਕੋਈ ਆਪਸ਼ਨ ਨਹੀਂ, ਇਸ ਤਰ੍ਹਾਂ ਆਪਾਂ ਮਾਊਂਟ ਐਵਰੈਸਟ ਇਸ ਦਾ ਕਰੈਕਟ ਆਨਸਰ ਨਹੀਂ ਲਗਾ ਸਕਦੇ। K2 ਗੋਡਵਿਨ ਆਸਟਿਨ ਦੇਖੀਏ ਤਾਂ ਇਹ ਕਾਰਾਕੋਰਮ ਰੇਂਜ 'ਤੇ ਹੈ, ਬਟ ਇਹ ਹਿਮਾਲਿਆ ਦੀ ਜੋ ਪੀਕ ਨਹੀਂ ਹੈ, ਤਾਂ ਇਹ ਵੀ ਆਪਾਂ ਆਪਸ਼ਨ ਨਹੀਂ ਲਗਾ ਸਕਦੇ। ਤਾਂ ਕਰੈਕਟ ਆਨਸਰ ਜੋ ਬਣੇਗਾ ਇਸ ਦਾ ਕੰਚਨਜੰਗਾ ਹਾਈਐਸਟ ਪੀਕ ਇੰਡੀਆ ਦੇ ਵਿੱਚ। ਐਂਡ ਜੋ ਇਹ ਹੈ ਉਹ ਸਿੱਕਮ ਸਟੇਟ ਦੇ ਵਿੱਚ ਹੈ, ਤਾਂ ਇਸ ਦਾ ਕਰੈਕਟ ਆਨਸਰ C ਆ ਜਾਵੇਗਾ। ਨੈਕਸਟ ਹੈ ਹੂ ਇਜ਼ ਦਾ ਕ੍ਰੀਏਟਰ ਆਫ ਦਾ ਆਈਕੋਨਿਕ ਰੌਕ ਗਾਰਡਨ। ਜੋ ਚੰਡੀਗੜ੍ਹ ਦੇ ਵਿੱਚ ਰੌਕ ਗਾਰਡਨ ਬਣਿਆ ਹੋਇਆ ਹੈ ਤਾਂ ਉਸ ਦਾ ਆਈਕੋਨਿਕ ਕ੍ਰੀਏਟਰ ਕਿਸ ਨੂੰ ਬੋਲਿਆ ਜਾਂਦਾ ਹੈ? ਤਾਂ ਫਰੈਂਡਸ ਨੇਕ ਚੰਦ ਇਸ ਦਾ ਕਰੈਕਟ ਆਨਸਰ ਹੈ। ਤਾਂ ਕਈ ਵਾਰੀ ਕੀ ਹੁੰਦਾ ਤੁਹਾਨੂੰ ਕਰੈਕਟ ਆਨਸਰ ਨਹੀਂ ਪਤਾ ਹੁੰਦਾ ਤਾਂ ਤੁਸੀਂ ਅਦਰ ਆਪਸ਼ਨਸ ਕਟਵਾ ਕੇ ਵੀ ਆਨਸਰ ਕੱਢ ਸਕਦੇ ਹੋ। ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਦੀ ਗੱਲ ਕਰੀਏ ਤਾਂ ਇੱਕ ਪੋਲੀਟੀਸ਼ੀਅਨ ਸੀਗੇ, ਤਾਂ ਕੈਂਸਲ ਕਰ ਸਕਦੇ ਹਾਂ, ਇਹ ਕ੍ਰੀਏਟਰ ਨਹੀਂ ਹੋ ਸਕਦੇ ਰੌਕ ਗਾਰਡਨ ਦੇ। ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰੀਏ ਤਾਂ ਨੋਵਲਿਸਟ ਹੈ ਐਂਡ ਪੋਇਟ ਹੈ, ਇਹ ਵੀ ਜੋ ਨਹੀਂ ਹੋ ਸਕਦੀ। ਕਪਤਾਨ ਸਿੰਘ ਸੋਲੰਕੀ ਦੀ ਗੱਲ ਕਰੀਏ ਫਰੈਂਡਸ ਇਹ ਵੀ ਪੋਲੀਟੀਸ਼ੀਅਨ ਹੈ ਜੋ ਕਿ ਗਵਰਨਰ ਰਹਿ ਚੁੱਕੇ ਹਰਿਆਣੇ ਦੇ। ਤਾਂ ਤਿੰਨੇ ਆਪਸ਼ਨ ਨੂੰ ਕਟਾ ਕੇ ਇੱਕ ਆਪਸ਼ਨ ਹੀ ਬਚਦੀ ਹੈ ਨੇਕ ਚੰਦ। ਤਾਂ ਇਸ ਤਰ੍ਹਾਂ ਤੁਸੀਂ ਬਾਈ ਆਪਸ਼ਨ ਵੀ ਆਨਸਰ ਦੇ ਸਕਦੇ ਹੋ। ਆਓ ਕੁਛ ਕੁ ਹੋਰ ਫੈਕਟਸ ਦੇਖ ਲੈਂਦੇ ਹਾਂ ਚੰਡੀਗੜ੍ਹ ਦੁਆਰਾ। ਚੰਡੀਗੜ੍ਹ ਜੋ ਡਿਜ਼ਾਈਨ ਕੀਤਾ ਗਿਆ ਸੀ ਫਰੈਂਡਸ ਲੀ ਕੋਰਬੂਜ਼ੀਅਰ ਨੇ ਡਿਜ਼ਾਈਨ ਕੀਤਾ ਸੀ, ਜੋ ਕਿ ਬਹੁਤ ਵਾਰੀ ਕੁਐਸਚਨ ਐਗਜ਼ਾਮ ਦੇ ਵਿੱਚ ਆ ਚੁੱਕਿਆ। ਲੀ ਕੋਰਬੂਜ਼ੀਅਰ ਇੱਕ ਫਰੈਂਚ ਸੀ, ਫਰਾਂਸ ਦਾ ਰਹਿਣ ਵਾਲਾ ਸੀ, ਜਿਸ ਦਾ ਜਨਮ ਜੋ ਸਵੀਡਨ ਦੇ ਵਿੱਚ ਹੋਇਆ ਸੀ, ਇਸਨੂੰ ਸਵਿਸ ਵੀ ਬੋਲਿਆ ਜਾਂਦਾ ਐਂਡ 1950 ਦੇ ਵਿੱਚ। ਤਾਂ ਫਰੈਂਡਸ ਇਸ ਦੇ 2 ਕੁਐਸਚਨ ਬਣਦੇ ਆ। ਚੰਡੀਗੜ੍ਹ ਕਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ? ਲੀ ਕੋਰਬੂਜ਼ੀਅਰ। ਐਂਡ ਲੀ ਕੋਰਬੂਜ਼ੀਅਰ ਕਿੱਥੋਂ ਦਾ ਰਹਿਣ ਵਾਲਾ ਸੀ? ਤਾਂ ਉਹ ਫਰੈਂਚ ਸੀ। ਚੰਡੀਗੜ੍ਹ ਵਾਜ਼ ਏ ਡ੍ਰੀਮ ਸਿਟੀ ਆਫ ਫਸਟ PM ਜਵਾਹਰ ਲਾਲ ਨਹਿਰੂ। ਹਾਂਜੀ, ਆਪਣੇ ਫਸਟ PM ਜੋ ਸਨ ਜਵਾਹਰ ਲਾਲ ਨਹਿਰੂ, ਉਹਨਾਂ ਦੀ ਇੱਕ ਡ੍ਰੀਮ ਸਿਟੀ ਸੀ। ਪੰਜਾਬ ਯੂਨੀਵਰਸਿਟੀ ਜੋ ਚੰਡੀਗੜ੍ਹ ਦੇ ਵਿੱਚ ਕਾਫੀ ਫੇਮਸ ਹੈ। 1882 ਦੇ ਵਿੱਚ ਲਾਹੌਰ ਦੇ ਵਿੱਚ ਓਰੀਜਨੇਟ ਕੀਤੀ ਗਈ ਸੀ, ਜੋ ਕਿ ਸੈਕਟਰ 14 ਦੇ ਵਿੱਚ ਲੋਕੇਟਡ ਹੈ। ਐਂਡ ਚੰਡੀਗੜ੍ਹ ਦੇ ਵਿੱਚ ਸਟਾਰਟਿੰਗ ਦੇ ਵਿੱਚ 30 ਸੈਕਟਰ ਦੀ ਪ੍ਰਪੋਜ਼ਲ ਦਿੱਤੀ ਗਈ ਸੀ, ਬਟ ਐਟ ਪ੍ਰੈਜ਼ੈਂਟ 56 ਸੈਕਟਰਸ ਹਨ ਐਂਡ ਦੇਰ ਇਜ਼ ਨੋ 13 ਸੈਕਟਰ ਇਨ ਚੰਡੀਗੜ੍ਹ। 13 ਸੈਕਟਰ ਫਰੈਂਡ ਚੰਡੀਗੜ੍ਹ ਦੇ ਵਿੱਚ ਨਹੀਂ ਹੈ। ਟੋਟਲ ਸੈਕਟਰ ਦੀ ਗਿਣਤੀ ਹੈ ਜੋ ਐਟ ਪ੍ਰੈਜ਼ੈਂਟ 56 ਹੈ।
ਐਂਡ ਸਟਾਰਟਿੰਗ ਦੇ ਵਿੱਚ ਉਹ ਜੋ ਕਿ 30 ਸੀ ਹੌਲੀ ਹੌਲੀ ਇਨਕਰੀਜ਼ ਹੋ ਗਿਆ, ਉਹ 56 ਬਣ ਗਈ। ਤਾਂ ਇਸ ਤਰ੍ਹਾਂ ਤੁਸੀਂ ਜੋ ਅਦਰ ਫੈਕਟਸ ਆ ਉਹ ਵੀ ਯਾਦ ਰੱਖ ਲੈਣੇ ਆ। ਨੈਕਸਟ ਕੁਐਸਚਨ ਹੈ ਵਿਚ ਵਨ ਆਫ ਦਾ ਫੋਲੋਇੰਗ ਵੈਟਲੈਂਡ ਇਜ਼ ਨੋਟ ਇਨ ਪੰਜਾਬ। ਇਹਨਾਂ ਦੇ ਵਿੱਚੋਂ ਕਿਹੜੀ ਵੈਟਲੈਂਡ ਪੰਜਾਬ ਦੇ ਵਿੱਚ ਨਹੀਂ ਹੈ। ਤਾਂ ਫਰੈਂਡਸ ਇੱਕ ਰਾਮਸਰ ਕਨਵੈਨਸ਼ਨ ਹੋਈ ਸੀ, ਜਿਹਨੂੰ ਕਨਵੈਨਸ਼ਨ ਔਨ ਵੈਟਲੈਂਡਸ ਵੀ ਬੋਲਿਆ ਜਾਂਦਾ ਹੈ। ਇਹ ਜੋ ਕਨਵੈਨਸ਼ਨ ਹੋਈ ਸੀ ਰਾਮਸਰ ਇੱਕ ਸਿਟੀ ਦਾ ਨਾਮ ਹੈ ਜੋ ਕਿ ਈਰਾਨ ਦੇ ਵਿੱਚ ਹੈ। ਤਾਂ ਫਰੈਂਡਸ ਇਹ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਸੀ ਜਿਸ ਦੇ ਵਿੱਚ ਜੋ ਵੈਟਲੈਂਡਸ ਵੇਸਟ ਪਈਆਂ ਉਹਨਾਂ ਨੂੰ ਸਾਂਭ ਸੰਭਾਲ ਕਰਨ ਦੇ ਲਈ ਇੱਕ ਕਨਵੈਨਸ਼ਨ ਦੀ ਮੀਟਿੰਗ ਕੀਤੀ ਗਈ ਸੀਗੀ। ਟ੍ਰੀਟੀ ਸਾਈਨ ਹੋਈ ਸੀਗੀ 2 ਫਰਵਰੀ 1971 ਦੇ ਵਿੱਚ। ਤਾਂ ਵਰਲਡ ਵੈਟਲੈਂਡ ਡੇ ਵੀ ਸੈਲੀਬਰੇਟ ਕੀਤਾ ਜਾਂਦਾ 2 ਫਰਵਰੀ ਨੂੰ ਐਵਰੀ ਈਅਰ। ਤਾਂ ਇਸ ਤਰ੍ਹਾਂ ਜੇ ਅਗਰ ਪੂਰੇ ਇੰਡੀਆ ਦੇ ਵਿੱਚ ਦੇਖੀਏ ਤਾਂ 37 ਰਾਮਸਰ ਸਾਈਟਸ ਹਨ। ਤਾਂ ਕੁਛ ਕੁ ਪੰਜਾਬ ਦੇ ਵਿੱਚ ਵੀ ਹੁੰਦੀਆਂ ਹਨ। ਪੰਜਾਬ ਦੇ ਵਿੱਚ ਇਸ ਤਰ੍ਹਾਂ ਹਰੀਕੇ, ਰੋਪੜ, ਕਾਂਜਲੀ ਇਹ ਸਾਰੀਆਂ ਪੰਜਾਬ ਦੇ ਵਿੱਚ ਐਗਜ਼ਿਸਟ ਕਰਦੀਆਂ ਹਨ। ਤਾਂ ਪੰਜਾਬ ਦੇ ਵਿੱਚ ਰੁਦਰਾ ਸਾਗਰ ਨਹੀਂ ਹੈ ਫਰੈਂਡਸ। ਰੁਦਰਾ ਸਾਗਰ ਜੋ ਵੈਟਲੈਂਡ ਹੈ ਇਹ ਤ੍ਰਿਪੁਰਾ ਦੇ ਵਿੱਚ ਆਉਂਦੀ ਹੈ, ਤ੍ਰਿਪੁਰਾ ਸਟੇਟਸ ਦੇ ਵਿੱਚ। ਤਾਂ ਇਸ ਤਰ੍ਹਾਂ ਇਹ ਇਸ ਦਾ ਆਨਸਰ ਨਹੀਂ ਹੋਵੇਗਾ ਕਿਉਂਕਿ ਕੁਐਸਚਨ ਦੇ ਵਿੱਚ ਇਹੀ ਪੁੱਛਿਆ ਗਿਆ ਸੀਗਾ ਕਿ ਜੋ ਵੈਟਲੈਂਡ ਹੈ ਪੰਜਾਬ ਦੇ ਵਿੱਚ ਨਹੀਂ ਆਉਂਦੀ ਇਹਨਾਂ ਦੇ ਵਿੱਚੋਂ। ਤਾਂ ਰੁਦਰਾ ਸਾਗਰ ਇਸ ਦਾ ਕਰੈਕਟ ਆਨਸਰ ਆ ਜਾਵੇਗਾ ਕਿਉਂਕਿ ਇਹ ਤ੍ਰਿਪੁਰਾ ਸਟੇਟ ਦੇ ਵਿੱਚ ਆਉਂਦੀ ਹੈ। ਤਾਂ ਫਰੈਂਡਸ ਇੱਕ ਬਹੁਤ ਇੰਪੋਰਟੈਂਟ ਟ੍ਰੀਟੀ ਹੈ ਜਿਸ ਨੂੰ ਰਾਮਸਰ ਕਨਵੈਨਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਰਾਮਸਰ ਨੇਮ ਹੈ ਸਿਟੀ ਦਾ ਈਰਾਨ ਦੇ ਵਿੱਚ। ਤਾਂ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਆ। ਟ੍ਰੀਟੀ ਕਦੋਂ ਸਾਈਨ ਹੋਈ ਇਹ ਵੀ ਤੁਸੀਂ ਯਾਦ ਰੱਖਣਾ ਹੈ। ਕੁਛ ਕੁ ਪੰਜਾਬ ਦੇ ਵਿੱਚ ਜੋ ਰਾਮਸਰ ਸਾਈਟਸ ਹਨ ਜਿਸ ਤਰ੍ਹਾਂ ਹਰੀਕੇ ਵੈਟਲੈਂਡ 1990 ਦੇ ਵਿੱਚ ਬਣੀ ਸੀ, ਕਾਂਜਲੀ ਵੈਟਲੈਂਡ 2002 ਦੇ ਵਿੱਚ, ਰੋਪੜ ਵੈਟਲੈਂਡ ਐਂਡ ਕੁਛ ਕੁ ਨਿਊ ਜੋ ਰਾਮਸਰ ਸਾਈਟਸ ਡਿਕਲੇਅਰ ਕੀਤੀਆਂ ਗਈਆਂ ਹਨ ਜਿਸ ਤਰ੍ਹਾਂ ਕੇਸ਼ਵਪੁਰ, ਨੰਗਲ ਵਾਈਲਡ ਲਾਈਫ ਸੈਂਚੁਰੀ ਐਂਡ ਵਿਆਸ ਕੰਜ਼ਰਵੇਸ਼ਨ ਨੇ 2019 ਦੇ ਵਿੱਚ ਲੇਟੈਸਟ ਡਿਕਲੇਅਰ ਕੀਤੀਆਂ ਗਈਆਂ ਹਨ। ਤਾਂ ਇਸ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੀ। ਐਂਡ ਫਸਟ ਜੋ ਸਭ ਤੋਂ ਪਹਿਲੀ ਵੈਟਲੈਂਡ ਸੀਗੀ ਰਾਮਸਰ ਕਨਵੈਨਸ਼ਨ ਦੇ ਅੰਡਰ ਉਹ ਸੀਗੀ ਹਰੀਕੇ ਵੈਟਲੈਂਡ। ਤਾਂ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਹਰੀਕੇ ਵੈਟਲੈਂਡ। ਨੈਕਸਟ ਹੈ ਨੋਬਲ ਪ੍ਰਾਈਜ਼ ਫॉर ਇਕਨੋਮਿਕਸ ਵਾਜ਼ ਇੰਸਟੀਟਿਊਟਡ ਇਨ ਦਾ ਈਅਰ। ਇਕਨੋਮਿਕਸ ਦੇ ਵਿੱਚ ਫਰੈਂਡਸ ਨੋਬਲ ਪ੍ਰਾਈਜ਼ ਕਦੋਂ ਤੋਂ ਦੇਣਾ ਸਟਾਰਟ ਕੀਤਾ ਗਿਆ। ਸਟਾਰਟਿੰਗ ਦੇ ਵਿੱਚ ਨੋਬਲ ਪ੍ਰਾਈਜ਼ ਸਿਰਫ 5 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ ਸੀ ਫਰੈਂਡਸ, ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਪੀਸ ਐਂਡ ਲਿਟਰੇਚਰ। ਐਂਡ ਨੋਬਲ ਪ੍ਰਾਈਜ਼ ਦੀ ਜੋ ਨੋਬਲ ਪ੍ਰਾਈਜ਼ ਦੇਣਾ ਸਟਾਰਟ ਕੀਤਾ ਗਿਆ ਉਹ ਸੀਗਾ ਇਨਵੈਂਟਰ ਆਫ ਡਾਇਨਾਮਾਈਟ ਅਲਫਰਡ ਨੋਬਲ ਦੇ ਨਾਮ 'ਤੇ ਇਹ ਦੇਣਾ ਸਟਾਰਟ ਕੀਤਾ ਗਿਆ ਸੀਗਾ, ਜੋ ਕਿ ਸਟਾਰਟਿੰਗ ਦੇ ਵਿੱਚ 5 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ ਸੀਗਾ। ਫਿਰ ਨੋਬਲ ਪ੍ਰਾਈਜ਼ ਇਕਨੋਮਿਕਸ ਦੇ ਫੀਲਡ ਵਿੱਚ ਵੀ ਦੇਣਾ ਜਾਣ ਲੱਗਿਆ 1968 ਤੋਂ। ਤਾਂ ਇਸ ਦਾ ਜੋ ਕਰੈਕਟ ਆਨਸਰ ਬਣੇਗਾ ਫਰੈਂਡਸ ਕੁਐਸਚਨ ਦਾ ਉਹ 1968 ਹੀ ਹੋਵੇਗਾ ਕਿਉਂਕਿ ਜੋ ਫਸਟ ਟਾਈਮ ਇੰਸਟੀਟਿਊਟ ਕੀਤਾ ਗਿਆ ਸੀ ਉਹ 1968 ਦੇ ਵਿੱਚ, ਬਟ ਜੋ ਗਿਵਨ ਸੀ ਦਿੱਤਾ ਗਿਆ ਸੀਗਾ ਪ੍ਰਾਈਜ਼ ਉਹ 1969 ਦੇ ਵਿੱਚ। ਤਾਂ ਇਸ ਤਰ੍ਹਾਂ ਫਸਟ ਨੋਬਲ ਪ੍ਰਾਈਜ਼ ਜੋ ਅਵਾਰਡ ਕੀਤਾ ਗਿਆ ਸੀਗਾ 1901 ਦੇ ਵਿੱਚ। ਆਲ ਦਾ ਨੋਬਲ ਪ੍ਰਾਈਜ਼ ਆਰ ਅਵਾਰਡਡ ਇਨ ਸਟਾਕਹੋਮ, ਸਵੀਡਨ ਦੇ ਵਿੱਚ ਦਿੱਤੇ ਜਾਂਦੇ ਆ, ਐਕਸੈਪਟ ਪੀਸ ਪ੍ਰਾਈਜ਼। ਇਹ ਫਰੈਂਡਸ ਇੱਕ ਮੋਸਟ ਇੰਪੋਰਟੈਂਟ ਪੁਆਇੰਟ ਹੈ। ਜਿਸ ਤਰ੍ਹਾਂ ਆਪਾਂ ਦੇਖਿਆ ਕਿ ਨੋਬਲ ਪ੍ਰਾਈਜ਼ 5 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ, ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਪੀਸ ਐਂਡ ਲਿਟਰੇਚਰ। ਤਾਂ ਪੀਸ ਨੂੰ ਛੱਡ ਕੇ ਬਾਕੀ ਸਾਰੇ ਅਵਾਰਡ ਤਾਂ ਸਵੀਡਨ ਦੇ ਵਿੱਚ ਦਿੱਤੇ ਜਾਂਦੇ ਆ। ਐਂਡ ਜੋ ਪੀਸ ਪ੍ਰਾਈਜ਼ ਆ ਉਹ ਨਾਰਵੇ ਦੇ ਵਿੱਚ ਡਿਸਟਰੀਬਿਊਟ ਕੀਤਾ ਜਾਂਦਾ ਓਸਲੋ ਦੇ ਵਿੱਚ। ਤਾਂ ਨੈਕਸਟ ਕੁਐਸਚਨ ਜੋ ਬਣਦਾ ਆਪਣਾ ਨੋਬਲ ਪ੍ਰਾਈਜ਼ ਅਵਾਰਡ ਸੈਰੇਮਨੀਜ਼ ਆਰ ਹੈਲਡ ਔਨ 10 ਦਸੰਬਰ। ਹਾਂਜੀ ਫਰੈਂਡਸ ਹਰੇਕ ਸਾਲ 10 ਦਸੰਬਰ ਨੂੰ ਇਹ ਜੋ ਹੈ ਪ੍ਰਾਈਜ਼ ਦਿੱਤਾ ਜਾਂਦਾ ਐਟ ਦ ਐਨੀਵਰਸਰੀ ਆਫ ਅਲਫਰਡ ਨੋਬਲਸ ਜਿਸ ਦੀ ਡੈਥ 1896 ਦੇ ਵਿੱਚ ਹੋਈ ਸੀ। ਤਾਂ ਨੈਕਸਟ ਇਸ ਦੇ ਕੁਝ ਹੋਰ ਕੁਐਸਚਨ ਦੇਖ ਲੈਂਦੇ ਹਾਂ ਜਿਸ ਤਰ੍ਹਾਂ ਹੂ ਇਜ਼ ਦਾ ਫਸਟ ਰੈਸੀਪੀਐਂਟ ਆਫ ਨੋਬਲ ਪ੍ਰਾਈਜ਼ ਫॉर ਇਕਨੋਮਿਕਸ। ਤਾਂ ਇਕਨੋਮਿਕਸ ਦੇ ਵਿੱਚ ਫਰੈਂਡਸ ਸਭ ਤੋਂ ਫਸਟ ਪ੍ਰਾਈਜ਼ ਮਿਲਿਆ ਸੀਗਾ ਉਹ 2 ਪਰਸਨਸ ਦੀ, ਜਿਸ ਤਰ੍ਹਾਂ ਰਗਨਾਰ ਫ੍ਰਿਸਚ ਐਂਡ ਟਿਨ ਵਰਜਨ, ਇਹਨਾਂ ਨੂੰ 1969 ਦੇ ਵਿੱਚ ਮਿਲਿਆ ਸੀ। ਐਂਡ ਫਰੈਂਡਸ ਅਮਰਤਿਆ ਸੇਨ ਜੋ ਸੀ ਉਹ ਫਸਟ ਇੰਡੀਅਨ ਸੀ ਜਿਸ ਨੂੰ ਇਹ ਨੋਬਲ ਪ੍ਰਾਈਜ਼ ਮਿਲਿਆ ਸੀਗਾ, ਤਾਂ ਉਹ 1998 ਦੇ ਵਿੱਚ ਮਿਲਿਆ ਸੀ। ਤਾਂ ਕਈ ਵਾਰੀ ਆਪਾਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਫਸਟ ਰੈਸੀਪੀਐਂਟ ਅਮਰਤਿਆ ਸੇਨ ਸੀ, ਬਟ ਅਮਰਤਿਆ ਸੇਨ ਫਰੈਂਡਸ ਜੋ ਸੀ ਉਹ ਫਸਟ ਇੰਡੀਅਨ ਸੀ, ਜਦੋਂ ਕਿ ਜੋ ਫਸਟ ਨੋਬਲ ਪ੍ਰਾਈਜ਼ ਇਕਨੋਮਿਕਸ ਦੇ ਵਿੱਚ ਦਿੱਤਾ ਗਿਆ ਸੀ ਉਹ ਇਹਨਾਂ 2 ਪਰਸਨ ਨੂੰ ਹੀ ਦਿੱਤਾ ਸੀ 1969 ਦੇ ਵਿੱਚ। ਫਸਟ ਏਸ਼ੀਅਨ ਆਲਸੋ ਇੰਡੀਅਨ ਟੂ ਬੀ ਅਵਾਰਡਡ ਦਾ ਨੋਬਲ ਪ੍ਰਾਈਜ਼। ਸਭ ਤੋਂ ਪਹਿਲਾ ਨੋਬਲ ਪ੍ਰਾਈਜ਼ ਫਰੈਂਡਸ ਕਿਸ ਨੂੰ ਦਿੱਤਾ ਗਿਆ ਸੀ ਜੋ ਇੰਡੀਅਨ ਦੇ ਨਾਲ ਨਾਲ ਏਸ਼ੀਅਨ ਵੀ ਸੀ ਫਸਟ, ਉਹ ਸੀ ਰਵਿੰਦਰ ਨਾਥ ਟੈਗੋਰ। ਲਿਟਰੇਚਰ ਦੇ ਵਿੱਚ ਫਰੈਂਡਸ ਇਸ ਨੂੰ ਪ੍ਰਾਈਜ਼ ਦਿੱਤਾ ਗਿਆ ਸੀਗਾ 1913 ਦੇ ਵਿੱਚ।
ਐਂਡ ਰਵਿੰਦਰਨਾਥ ਟੈਗੋਰ ਨੂੰ ਗੁਰੂਦੇਵ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ ਕਿ ਇੱਕ ਮੋਸਟ ਇੰਪੋਰਟੈਂਟ ਇਹਨਾਂ ਦਾ ਨਿਕਨੇਮ ਹੈ, ਜੋ ਕਿ ਮਹਾਤਮਾ ਗਾਂਧੀ ਜੀ ਵੱਲੋਂ ਇਹਨਾਂ ਨੂੰ ਦਿੱਤਾ ਗਿਆ ਸੀ। ਐਂਡ ਮਹਾਤਮਾ ਗਾਂਧੀ ਨੂੰ ਇਹਨਾਂ ਨੇ ਮਹਾਤਮਾ ਦੀ ਉਪਾਧੀ ਦਿੱਤੀ ਸੀ। ਦ ਯੰਗੈਸਟ ਪਰਸਨ ਟੂ ਬੀ ਅਵਾਰਡਡ ਦਾ ਨੋਬਲ ਪ੍ਰਾਈਜ਼, ਇਹ ਵੀ ਫਰੈਂਡਸ ਇੰਪੋਰਟੈਂਟ ਕੁਐਸਚਨ ਹੈ। ਜੋ ਯੰਗੈਸਟ ਪਰਸਨ ਅੱਜ ਤੱਕ ਰਿਹਾ ਹੁਣ ਤੱਕ ਜਿਸ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਹੈ ਮਲਾਲਾ ਯੂਸਫਜ਼ਈ ਨੂੰ 2014 ਦੇ ਵਿੱਚ ਇਹ ਪ੍ਰਾਈਜ਼ ਦਿੱਤਾ ਗਿਆ ਐਟ ਦ ਏਜ ਆਫ 17। ਦ ਓਨਲੀ ਆਰਗੇਨਾਈਜੇਸ਼ਨ ਜਿਸ ਨੂੰ ਇਹ ਅਵਾਰਡ ਦਿੱਤਾ ਗਿਆ ਉਹ ਹੈ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ, ਜਿਸ ਨੂੰ 3 ਵਾਰੀ ਪ੍ਰਾਈਜ਼ ਮਿਲ ਚੁੱਕਿਆ 1970, 1944 ਐਂਡ 1963। ਐਂਡ ਲਾਸਟ ਕੁਐਸਚਨ ਫਰੈਂਡਸ ਦੇਖਦੇ ਹਾਂ 29 ਜੂਨ ਹੈ ਜਿਹੜਾ ਓਬਜ਼ਰਵ ਕੀਤਾ ਜਾਂਦਾ ਹੈ ਕਿਸ ਦੇ ਲਈ, ਤਾਂ ਇਸ ਦਾ ਜੋ ਕਰੈਕਟ ਆਂਸਰ ਬਣੇਗਾ ਨੈਸ਼ਨਲ ਸਟੈਟਿਕਸ ਡੇ। ਐਂਡ ਫਰੈਂਡਸ ਜੋ ਵਰਲਡ ਸਟੈਟਿਕਸ ਡੇ ਹੈ ਉਹ ਹਰੇਕ 5 ਸਾਲ ਬਾਅਦ ਸੈਲੀਬਰੇਟ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਡੇਟ 20 ਅਕਤੂਬਰ ਨੂੰ ਸੈਲੀਬਰੇਟ ਕੀਤਾ ਜਾਂਦਾ ਹੈ, 2010 ਦੇ ਵਿੱਚ, 15 ਦੇ ਵਿੱਚ ਐਂਡ ਹੁਣ 20 ਦੇ ਵਿੱਚ ਸੈਲੀਬਰੇਟ ਕੀਤਾ ਜਾਊਗਾ। ਜਦੋਂ ਕਿ ਨੈਸ਼ਨਲ ਸਟੈਟਿਕਸ ਡੇ ਹੈ ਉਹ ਹਰੇਕ ਸਾਲ ਸੈਲੀਬਰੇਟ ਕੀਤਾ ਜਾਂਦਾ ਜੋ ਕਿ 29 ਜੂਨ ਨੂੰ। ਤਾਂ ਇਹ ਤੁਸੀਂ ਯਾਦ ਰੱਖਣਾ, ਇਸ 'ਚ ਕਨਫਿਊਜ਼ਨ ਨਹੀਂ ਬਿਲਕੁਲ ਵੀ ਕ੍ਰੀਏਟ ਕਰਨੀ। ਵਰਲਡ ਸਟੈਟਿਕਸ ਡੇ 20 ਅਕਤੂਬਰ ਨੂੰ ਸੈਲੀਬਰੇਟ ਕੀਤਾ ਜਾਂਦਾ ਐਂਡ ਐਵਰੀ 5 ਈਅਰ ਬਾਅਦ ਨੈਸ਼ਨਲ ਸਟੈਟਿਕਸ ਡੇ ਐਵਰੀ ਈਅਰ 29 ਜੂਨ ਨੂੰ ਜੋ ਸੈਲੀਬਰੇਟ ਕੀਤਾ ਜਾਂਦਾ। ਤਾਂ ਇਹਨਾਂ ਨੇ 29 ਜੂਨ ਬਾਰੇ ਪੁੱਛਿਆ, ਤਾਂ ਆਪਣਾ ਜੋ ਕਰੈਕਟ ਆਂਸਰ ਹੋਵੇਗਾ ਉਹ ਇਹ ਹੋਵੇਗਾ। ਐਂਡ ਫਰੈਂਡਸ ਨੈਸ਼ਨਲ ਇਨਵਾਇਰਮੈਂਟ ਦੀ ਅਗਰ ਗੱਲ ਕਰੀਏ ਤਾਂ ਇਹ 5 ਜੂਨ ਨੂੰ ਸੈਲੀਬਰੇਟ ਕੀਤਾ ਜਾਂਦਾ। ਵਰਲਡ ਇੰਟੈਕਚੁਅਲ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਇਹ 26 ਅਪ੍ਰੈਲ ਨੂੰ ਸੈਲੀਬਰੇਟ ਕੀਤਾ ਜਾਂਦਾ। ਇੰਟੈਕਚੁਅਲ ਪ੍ਰੋਪਰਟੀ ਫਰੈਂਡਸ ਕਿਸੇ ਵੀ ਕੰਟਰੀ ਦੀ ਉਹ ਪ੍ਰੋਪਰਟੀ ਜਿਸ 'ਤੇ ਉਸਦਾ ਪੇਟੈਂਟ ਹੁੰਦਾ, ਮੀਨਸ ਉਸ ਨੂੰ ਕੋਈ ਹੋਰ ਕ੍ਰੀਏਟ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕੋਈ ਸੈਮਸੰਗ ਕੰਪਨੀ ਹੈ ਤਾਂ ਸੈਮਸੰਗ ਕੰਪਨੀ ਜੋ ਮੋਬਾਈਲ ਬਣਾਉਂਦੀ ਹੈ ਕੋਈ ਹੋਰ ਕੰਪਨੀ ਨਹੀਂ ਬਣਾ ਸਕਦੀ, ਕਿਉਂਕਿ ਉਸਨੇ ਪੇਟੈਂਟ ਕਰਵਾਇਆ ਹੋਇਆ, ਉਸ 'ਤੇ ਉਸਦਾ ਅਧਿਕਾਰ ਹੈ। ਤਾਂ ਇਸ ਤਰ੍ਹਾਂ ਕਿਸੇ ਵੀ ਦੇਸ਼ ਦੀ ਇੰਟੈਕਚੁਅਲ ਪ੍ਰੋਪਰਟੀ ਜੋ ਕਿ ਹੋਰ ਕੰਟਰੀ ਉਸ ਨੂੰ ਕ੍ਰੀਏਟ ਨਹੀਂ ਕਰ ਸਕਦੀ, ਤਾਂ ਉਸ ਦੇ 'ਤੇ ਵੀ ਇਹ ਡੇ ਮਨਾਇਆ ਜਾਂਦਾ 26 ਅਪ੍ਰੈਲ ਨੂੰ। ਤਾਂ ਇਹ ਸੀਗੇ ਫਰੈਂਡਸ ਕੁਛ ਕੁ ਕੁਐਸਚਨ। ਤਾਂ ਨੈਕਸਟ ਸੈੱਟ ਦੇ ਵਿੱਚ ਕੁਛ ਹੋਰ ਇੰਪੋਰਟੈਂਟ ਕੁਐਸਚਨ ਜੋ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਲੈ ਕੇ ਆਏ ਆ ਉਹ ਆਪਾਂ ਡਿਸਕਸ ਕਰਾਂਗੇ। ਤਾਂ ਥੈਂਕਸ ਫॉर ਵਾਚਿੰਗ, ਸਬਸਕ੍ਰਾਈਬ ਫॉर ਨਿਊ ਵੀਡੀਓਜ਼ ਐਂਡ ਪਲੀਜ਼ ਲਾਈਕ, ਸ਼ੇਅਰ ਐਂਡ ਕਮੈਂਟ। ਤੁਸੀਂ ਸਾਨੂੰ ਜੋ ਹੈ ਇੰਸਟਾਗ੍ਰਾਮ 'ਤੇ ਹੀ ਫੋਲੋ ਕਰ ਸਕਦੇ ਹੋ। ਐਂਡ ਫਰੈਂਡਸ ਇਹਨਾਂ ਸਾਰੇ MCQs ਦੀ ਜੋ PDF ਹੈ ਉਸ ਦੇ ਲਈ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ, ਜਿਸ ਦਾ ਲਿੰਕ ਅਸੀਂ ਇਸ ਵੀਡੀਓ ਦੇ ਨੀਚੇ ਦੇ ਦਿੱਤਾ ਹੈ। ਤਾਂ ਨਾਲ ਹੀ ਬੈਲ ਆਈਕਨ ਵੀ ਜ਼ਰੂਰ ਦਬਾ ਦਿਆ ਕਰੋ, ਤਾਂ ਜੋ ਨੈਕਸਟ ਸੈੱਟ ਜਦੋਂ ਵੀ ਅਪਲੋਡ ਕੀਤਾ ਜਾਊਗਾ ਉਸ ਦੀ ਤੁਹਾਨੂੰ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਮਿਲਦੀ ਰਹੇ। ਤਾਂ ਥੈਂਕਸ ਫॉर ਵਾਚਿੰਗ, ਪਲੀਜ਼ ਲਾਈਕ, ਸ਼ੇਅਰ ਐਂਡ ਕਮੈਂਟ।